स्टार्ट। ਪਿਛਲੇ ਦਿਨੀ ਇੰਟਰਨੈੱਟ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ, ਜਿਸ ਵਿੱਚ ਬਿਹਾਰ ਦੇ ਇੱਕ ਪਿੰਡ 'ਚ ਇੱਕ ਝੌਂਪੜੀ ਦੇ ਬਾਹਰ ਮੁੱਢਲੇ ਸਿਹਤ ਕੇਂਦਰ ਦਾ ਟੁੱਟਿਆ ਹੋਇਆ ਬੋਰਡ ਲੱਗਿਆ ਹੋਇਆ ਹੈ ਅਤੇ ਉੱਥੇ ਕੁਝ ਪਸ਼ੂ ਬੰਨੇ ਹੋਏ ਹਨ ਡੰਡੀ। ਇਹ ਕੇਂਦਰ ਇੱਥੇ ਪਿਛਲੇ 30 ਸਾਲਾਂ ਤੋਂ ਹੈ ਡੰਡੀ। ਇੱਥੋਂ ਦੀ ਜਨਤਾ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਾਰ ਦੇਸ਼ ਤੇ ਸੂਬੇ ਦੀਆਂ ਸਰਕਾਰਾਂ ਚੁਣੀਆਂ, ਕਈ ਵਾਰ ਆਪਣਾ ਗ੍ਰਾਮ ਪ੍ਰਧਾਨ, ਬਲਾਕ ਮੁਖੀ ਤੇ ਜ਼ਿਲ੍ਹਾ ਪੰਚਾਇਤ ਚੁਣੀ, ਪਰ ਇਸ ਕੇਂਦਰ ਦੀ ਬਦਹਾਲੀ, ਡਾਕਟਰ ਜਾਂ ਦਵਾਈ ਮੁਹੱਈਆ ਹੋਣਾ ਕਦੇ ਵੀ ਮੁੱਦਾ ਨਹੀਂ ਬਣਿਆ ਡੰਡੀ। ਉੱਤਰ ਭਾਰਤ ਦੇ ਕਿਸੇ ਹੋਰ ਪਿੰਡ ਦੀ ਵੀ ਤਕਰੀਬਨ ਇਹੋ ਸਥਿਤੀ ਹੈ ਡੰਡੀ। ਦੇਸ਼ ਦੀ ਰਾਜਧਾਨੀ ਨਾਲ ਲੱਗਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ 'ਚ ਵੀ ਇੱਕ ਜਨਤਕ ਸਿਹਤ ਕੇਂਦਰ ਪਿੰਡ 'ਚ ਇੱਕ ਕਿਰਾਏ ਦੇ ਮਕਾਨ 'ਚ ਹੈ, ਜਿੱਥੇ ਜਾਣ ਦਾ ਰਸਤਾ ਬਹੁਤ ਹੀ ਮੁਸ਼ਕਲ ਹੈ ਡੰਡੀ। ਸਰਕਾਰੀ ਯੋਜਨਾਵਾਂ 'ਚ ਕਾਗਜ਼ਾਂ 'ਤੇ ਜਾਰੀ 3 ਪੱਧਰੀ ਮੈਡੀਕਲ ਸੇਵਾ ਤਹਿਤ ਦੇਸ਼ ਭਰ 'ਚ ਡਾਕਟਰਾਂ ਦੀ ਨਿਯੁਕਤੀ ਤਾਂ ਹੈ, ਪਰ ਉਹ ਕਦੇ ਸਾਲ 6 ਮਹੀਨੇ ਬਾਅਦ ਦਰਸ਼ਨ ਦਿੰਦੇ ਹਨ ਅਤੇ ਬਾਕੀ ਸਮਾਂ ਘਰ 'ਚ ਪ੍ਰੈਕਟਿਸ ਕਰਦੇ ਹਨ ਡੰਡੀ। ਇਸ ਦਰਮਿਆਨ ਕਰੋਨਾ ਦੀ ਦੂਜੀ ਲਹਿਰ ਦਾ ਕਹਿਰ ਪਹਿਲੀ ਲਹਿਰ ਨਾਲੋਂ ਵੀ ਜ਼ਿਆਦਾ ਰਿਹਾ ਅਤੇ ਤੀਜੀ ਲਹਿਰ ਦੀ ਦਹਿਸ਼ਤ ਲੋਕਾਂ ਦੇ ਦਿਲੋਂ ਦਿਮਾਗ ਨੂੰ ਸੁੰਨ ਕਰ ਰਹੀ ਹੈ ਡੰਡੀ। ਪਹਿਲੀ ਲਹਿਰ ਤੋਂ ਬਾਅਦ ਕਿੱਥੇ ਗਲਤੀ ਹੋਈ, ਕਿਸ ਤੋਂ ਹੋਈ, ਹੁਣ ਕੀ ਕੀਤਾ ਜਾਵੇ ਕਿ ਇਹ ਸਥਿਤੀ ਦੁਬਾਰਾ ਨਾ ਆਵੇ ਆਦਿ ਸਵਾਲ ਲੋਕਾਂ ਦੇ ਦਿਮਾਗ 'ਚ ਚੱਲ ਰਹੇ ਹਨ। ਪਰ ਕਦੋਂ ਤੱਕ ਪ੍ਰਸ਼ਨ ਚਿੰਨ੍ਹ ਕਿ 70 ਸਾਲਾਂ 'ਚ ਤਿਲ ਤਿਲ ਕੇ ਆਪਣੇ ਬੱਚਿਆਂ ਨੂੰ ਕਮਜ਼ੋਰ ਤੇ ਮਰਦਿਆਂ ਦੇਖ ਸਾਨੂੰ ਇਹ ਸਮਝ ਆਇਆ ਸੀ ਕਿ ਅਸਲੀ ਲੋਕ ਮਤ ਦਾ ਦਬਾਅ ਸਿਰਫ ਸਰਕਾਰ ਦੀ ਇਸ ਕਲਿਆਣਕਾਰੀ ਭੂਮਿਕਾ 'ਤੇ ਹੋਣਾ ਚਾਹੀਦਾ ਹੈ। ਪ੍ਰਸ਼ਨ ਚਿੰਨ੍ਹ ਕਿ ਅਸੀਂ ਸਮਝ ਸਕੇ ਕਿ ਸੱਤਾਧਾਰੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ 'ਚ ਕਿਸੇ ਵੀ ਕਿਸਮ ਦੀ ਕੁਤਾਹੀ ਉਸ ਨੂੰ ਅਗਲੀ ਵਾਰ ਟਿਕਾਣੇ ਲਾਉਣ ਦਾ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਹੈ। ਪ੍ਰਸ਼ਨ ਚਿੰਨ੍ਹ ਅਸੀਂ ਧਰਮ, ਜਾਤ, ਗੋਤ, ਭਾਸ਼ਾ, ਇਲਾਕੇ ਦੇ ਆਧਾਰ 'ਤੇ ਵੰਡੀਆਂ ਪਾਉਂਦੇ ਰਹੇ ਡੰਡੀ। ਨਤੀਜਾ ਇਹ ਰਿਹਾ ਕਿ ਸਿਹਤ 'ਤੇ ਕੁੱਲ ਸਰਕਾਰੀ ਖਰਚ GDP ਦਾ ਮਹਿਜ 1% ਰਿਹਾ ਅਤੇ ਬਾਕੀ 3% ਅਸੀਂ ਆਪਣੀ ਜੇਬ 'ਚੋਂ ਖਰਚ ਕਰਕੇ ਗਰੀਬੀ ਦੀ ਦਲਦਲ 'ਚ ਵਾਰ-ਵਾਰ ਡਿੱਗਦੇ ਰਹੇ ਡੰਡੀ। ਇਸ ਸਾਲ ਦੇ 365 ਸਫ਼ਿਆਂ ਦੇ ਆਰਥਿਕ ਸਰਵੇਖਣ ਭਾਗ 2 'ਚ ਜਿੱਥੇ ਸਨਅਤ ਲਈ 42, ਖੇਤੀ ਲਈ 27, ਸੰਤੁਲਿਤ ਵਿਕਾਸ ਤੇ ਜਲਵਾਯੂ ਲਈ 20 ਸਫ਼ੇ ਸਮਰਪਿਤ ਸਨ, ਉੱਥੇ ਹੀ ਸਿਹਤ, ਸਮਾਜਿਕ ਅੰਤਰ ਸੰਰਚਨਾ, ਰੁਜ਼ਗਾਰ ਤੇ ਮਨੁੱਖੀ ਵਿਕਾਸ ਦੇ ਸਿਰਲੇਖ ਵਾਲੇ ਅਧਿਆਇ 'ਚ ਸਿਰਫ 4 ਸਫ਼ਿਆਂ ਤੇ ਸਿੱਖਿਆ ਦਾ ਮੁੱਦਾ 6 ਸਫ਼ਿਆਂ ਤੇ ਸਿਮਟ ਗਿਆ ਡੰਡੀ। ਸਿਹਤ ਤੇ ਸਿੱਖਿਆ ਨੂੰ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕਰਨ ਦਾ ਇਹ ਸਿਲਸਿਲਾ ਆਜ਼ਾਦੀ ਤੋਂ ਬਾਅਦ ਤੋਂ ਹੀ ਸ਼ੁਰੂ ਹੋ ਗਿਆ ਸੀ ਡੰਡੀ। ਇਸ ਦਾ ਕਾਰਨ ਸਰਕਾਰ ਤੋਂ ਜ਼ਿਆਦਾ ਅਸੀਂ ਖੁਦ ਰਹੇ ਡੰਡੀ। ਭਾਰਤ ਆਜ਼ਾਦ ਹੋਇਆ ਤਾਂ ਤਤਕਾਲੀ ਆਗੂਆਂ ਨੇ ਬਰਾਬਰੀ ਦਾ ਯੂਰਪੀ ਸਿਧਾਂਤ ਅਪਣਾਇਆ, ਜਿਸ 'ਚ ਹਰ ਨਾਗਰਿਕ ਦਾ ਵੋਟ ਬਰਾਬਰ ਹੁੰਦਾ ਹੈ, ਜਦਕਿ ਭਾਰਤੀ ਸਮਾਜ
ਕਈ ਪੱਧਰਾਂ 'ਤੇ ਵੰਡਿਆ ਹੋਇਆ ਸੀ ਡੰਡੀ। ਇਹ ਭਾਰਤ ਲਈ ਵਿਵਹਾਰਕ ਨਹੀਂ ਸੀ ਡੰਡੀ। ਉੱਚੀਆਂ ਜਾਤਾਂ ਦੇ ਪ੍ਰਭਾਵ ਕਾਰਨ ਹੇਠਲੇ ਤਬਕੇ ਨੇ ਜਾਂ ਤਾਂ ਉਦਾਸੀਨਤਾ ਦਿਖਾਈ ਜਾਂ ਖੁਦ ਵੀ ਹੌਲੀ ਹੌਲੀ ਆਪਣਾ ਰਸਤਾ ਸਮਾਜਿਕ ਬਰਾਬਰੀ ਦੇ ਉਚਿਤ ਮਾਰਗ ਨੂੰ ਛੱਡ ਕੇ ਵਿਅਕਤੀਗਤ ਆਜ਼ਾਦੀ ਵੱਲ ਕਰ ਲਿਆ ਡੰਡੀ। ਜੋ ਸਮੂਹਿਕ ਸ਼ਕਤੀ ਇਹਨਾਂ ਸਿਹਤ ਕੇਂਦਰਾਂ 'ਚ ਸਹੂਲਤਾਂ ਮੁਹੱਈਆ ਕਰਵਾਉਣ 'ਚ ਲਾਉਣੀ ਸੀ, ਉਹ ਉਸ ਦੀ ਜਾਤ ਦੀ ਪਾਰਟੀ ਤੇ ਆਪਣੀ ਜਾਤੀ ਦੇ ਆਗੂ 'ਚ ਲੱਗ ਗਈ ਡੰਡੀ। ਨਤੀਜਾ ਸਿਹਤ ਕੇਂਦਰਾਂ ਦੀ ਬਦਹਾਲੀ ਦੇ ਰੂਪ 'ਚ ਸਾਹਮਣੇ ਆਇਆ ਡੰਡੀ। ਆਮ ਧਾਰਨਾ ਹੈ ਕਿ ਸਰਕਾਰਾਂ ਆਪਣੇ ਬਜਟ 'ਚ ਜ਼ਿਆਦਾ ਖਰਚ ਦੀ ਤਜਵੀਜ਼ ਰੱਖਣ ਤਾਂ ਦੇਸ਼ ਦੀ ਜਨਤਾ ਦੀ ਸਿਹਤ ਬਿਹਤਰ ਹੋਵੇਗੀ ਅਤੇ ਬੱਚਿਆਂ ਦੀ ਪੜ੍ਹਾਈ ਵਧੀਆ ਹੋਵੇਗੀ ਡੰਡੀ। ਲਿਹਾਜ਼ਾ ਜਦੋਂ ਕਦੇ ਚਮਕੀ ਬੁਖਾਰ ਨਾਲ 100-200 ਬੱਚੇ ਮਰਦੇ ਹਨ, ਦਿਮਾਗੀ ਬੁਖਾਰ ਕਿਸੇ ਤਰਾਈ ਦੇ ਇਲਾਕੇ 'ਚ ਸੈਂਕੜੇ ਜਾਨਾਂ ਲੈ ਲੈਂਦਾ ਹੈ, ਜਾਂ ਕਰੋਨਾ ਦੀ ਲਹਿਰ ਦੇਸ਼ ਭਰ 'ਚ ਕਹਿਰ ਮਚਾਉਂਦੀ ਹੈ, ਤਾਂ ਪੂਰੇ ਦੇਸ਼ 'ਚ ਮਾਹਿਰ ਸਿਹਤ ਦੀ ਮਦ 'ਚ ਪ੍ਰਤੀ ਵਿਅਕਤੀ ਖਰਚ ਦੀ ਚੀਨ ਨਾਲ ਤੁਲਨਾ ਕਰਕੇ ਸਰਕਾਰਾਂ ਦੀ ਗਲਤੀ ਦੱਸਦੇ ਹਨ ਅਤੇ ਲੋਕਾਂ ਦਾ ਗੁੱਸਾ ਕੁਝ ਦਿਨ ਪ੍ਰਵਾਨ ਚੜ੍ਹਦਾ ਹੈ ਡੰਡੀ। ਜਦੋਂ ਐਂਬੂਲੈਂਸ ਨਾ ਮਿਲਣ ਕਾਰਨ ਕੋਈ ਪਤਨੀ ਬਿਮਾਰੀ ਨਾਲ ਮਰ ਚੁੱਕੇ ਆਪਣੇ ਪਤੀ ਨੂੰ ਠੇਲੇ 'ਤੇ ਲੈ ਕੇ ਜਾਂਦੀ ਹੈ, ਜਾਂ ਆਕਸੀਜਨ ਦੀ ਕਮੀ ਨਾਲ ਮਰੇ ਆਪਣੇ ਪੁੱਤਰ ਦੀ ਲਾਸ਼ 'ਤੇ ਕੋਈ ਪਿਤਾ ਭੁੱਬਾਂ ਮਾਰ ਕੇ ਰੋਂਦਾ ਹੈ, ਤਾਂ ਜਨਤਾ ਟੀਵੀ 'ਤੇ ਉਸ ਨੂੰ ਦੇਖ ਕੇ ਕੁਝ ਸਮੇਂ ਲਈ ਸਰਕਾਰ ਨਾਲ ਨਾਰਾਜ਼ ਹੁੰਦੀ ਹੈ, ਪਰ ਕੁਝ ਹੀ ਦਿਨਾਂ 'ਚ ਸਭ ਕੁਝ ਆਮ ਹੋ ਜਾਂਦਾ ਹੈ, ਕਿਉਂਕਿ ਅਸੀਂ ਆਦਤਨ ਸਰਕਾਰਾਂ ਦੀ ਸਮਰੱਥਾ ਨੂੰ ਇਸ ਤੱਕੜੀ 'ਤੇ ਤੋਲਦੇ ਹੀ ਨਹੀਂ ਡੰਡੀ। ਇਸ ਦਾ ਕਾਰਨ ਇਹ ਨਹੀਂ ਕਿ ਅਸੀਂ ਸਿਹਤ ਜਾਂ ਸਿੱਖਿਆ ਨਹੀਂ ਚਾਹੁੰਦੇ, ਸਗੋਂ ਇਹ ਸਾਡੀ ਸੋਚ 'ਚ ਤਰਜੀਹ 'ਤੇ ਨਹੀਂ ਰਹਿੰਦਾ ਡੰਡੀ। ਸੂਬੇ ਨੂੰ ਅਸੀਂ ਅੱਜ ਵੀ ਪੁਲਿਸ ਦੇ ਡੰਡੇ ਦੀ ਤਾਕਤ ਨਾਲ ਨਾਪਦੇ ਹਾਂ ਡੰਡੀ। ਉਸ ਦੀ ਕਲਿਆਣਕਾਰੀ ਭੂਮਿਕਾ ਦੰਡਾਤਮਿਕ ਸ਼ਾਸਕੀ ਭੂਮਿਕਾ ਤੋਂ ਵੱਡੀ ਹੈ ਡੰਡੀ। ਇਹ ਗੱਲ ਅੱਜ ਵੀ ਸਾਡੇ ਦਿਲੋਂ ਦਿਮਾਗ 'ਤੇ ਅਸਰ ਨਹੀਂ ਪਾ ਸਕੀ ਡੰਡੀ। ਸਿਹਤ ਸੰਬੰਧੀ ਅਧਿਐਨਾਂ ਦੀ ਮੰਨੀਏ ਤਾਂ ਉਹਨਾਂ ਸੂਬਿਆਂ 'ਚ ਬਾਲ ਮੌਤ ਦਰ ਘੱਟ ਹੈ ਜਿੱਥੇ ਪ੍ਰਤੀ ਹਜ਼ਾਰ ਆਬਾਦੀ ਡਾਕਟਰਾਂ ਦੀ ਗਿਣਤੀ ਉਮੀਦ ਮੁਤਾਬਕ ਜ਼ਿਆਦਾ ਹੈ ਡੰਡੀ। ਉਦਾਹਰਨ ਲਈ ਬਿਹਾਰ ਅਤੇ ਮੱਧ ਪ੍ਰਦੇਸ਼ 'ਚ ਡਾਕਟਰ ਘੱਟ ਹਨ, ਲਿਹਾਜ਼ਾ ਬੱਚਿਆਂ ਦੀ ਮੌਤ ਦਰ ਜ਼ਿਆਦਾ ਹੈ, ਜਦਕਿ ਕੇਰਲ ਅਤੇ ਤਾਮਿਲਨਾਡੂ 'ਚ ਸਥਿਤੀ ਠੀਕ ਉਲਟ ਹੈ ਡੰਡੀ। ਭਾਰਤ 'ਚ ਪਛੜੀਆਂ ਜਾਤਾਂ ਦੇ ਲੋਕ ਆਰਥਿਕ ਤੌਰ 'ਤੇ ਵੀ ਪਛੜੇ ਹਨ, ਇਸ ਲਈ ਸਿਹਤ ਸੇਵਾਵਾਂ ਦੀ ਕਮੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਡੰਡੀ। ਇਸ ਤੱਥ ਤੋਂ ਵੀ ਜਾਣੂ ਹੋਣਾ ਜ਼ਰੂਰੀ ਹੈ ਕਿ ਭਾਰਤ 'ਚ 1000 ਲੋਕਾਂ ਪਿੱਛੇ ਸਿਰਫ 1.7 ਨਰਸਾਂ ਹਨ ਅਤੇ 1404 ਲੋਕਾਂ ਪਿੱਛੇ ਇੱਕ ਡਾਕਟਰ ਹੈ ਡੰਡੀ। ਵਿਸ਼ਵ ਸਿਹਤ ਸੰਗਠਨ WHO ਦੇ ਪੈਮਾਨੇ ਅਨੁਸਾਰ ਨਰਸਾਂ ਦੀ ਗਿਣਤੀ ਦੁੱਗਣੀ ਹੋਣੀ ਚਾਹੀਦੀ ਹੈ ਅਤੇ ਡਾਕਟਰਾਂ ਦੀ 1.5 ਗੁਣਾ ਡੰਡੀ। ਇੱਕ ਅਧਿਐਨ ਅਨੁਸਾਰ ਭਾਰਤ ਦੇ
69,000 ਡਾਕਟਰ ਤੇ 56,000 ਨਰਸਾਂ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ 'ਚ ਸੇਵਾਵਾਂ ਦੇ ਰਹੀਆਂ ਹਨ। ਡੰਡੀ ਕਿ ਉਹਨਾਂ ਨੂੰ ਬਿਹਤਰ ਸੇਵਾ ਸ਼ਰਤਾਂ ਨਾਲ ਵਾਪਸ ਨਹੀਂ ਬੁਲਾਇਆ ਜਾ ਸਕਦਾ। ਪ੍ਰਸ਼ਨ ਚਿੰਨ੍ਹ ਸਵਾਲ ਇਹ ਵੀ ਹੈ ਕਿ ਤਮਾਮ ਸਿਹਤ ਕਾਮੇ ਠੇਕੇ 'ਤੇ ਕਿਉਂ ਨਿਯੁਕਤ ਕੀਤੇ ਜਾਂਦੇ ਹਨ। ਪ੍ਰਸ਼ਨ ਚਿੰਨ੍ਹ ਕੌਮੀ ਪਰਿਵਾਰ ਸਿਹਤ ਸਰਵੇ 'ਚ ਦੱਸਿਆ ਗਿਆ ਇੱਕ ਕੌੜਾ ਸੱਚ ਦੇਖੋ। ਡੰਡੀ 5 ਸਾਲ ਤੋਂ ਘੱਟ ਉਮਰ 'ਚ ਮਰਨ ਵਾਲੇ ਬੱਚਿਆਂ ਦੀ ਫਸੀਦੀ ਅਨੁਸੂਚਿਤ ਜਾਤੀ SC ਵਰਗ 'ਚ 55.9 ਹੈ। ਅਨੁਸੂਚਿਤ ਜਾਤੀ ਜਨਜਾਤੀ ST 'ਚ 57.2, ਹੋਰ ਪਛੜੀਆਂ ਸ਼੍ਰੇਣੀਆਂ OBC 'ਚ 50.9, ਪਰ ਹੋਰ ਯਾਨੀ ਉੱਚ ਜਾਤ ਵਰਗ 'ਚ 38.5 ਫੀਸਦੀ ਹੈ। ਡੰਡੀ ਆਰਥਿਕ ਤੌਰ 'ਤੇ ਬਣਾਏ ਗਏ 5 ਉਮਰ ਵਰਗਾਂ 'ਚ ਦੇਖਿਆ ਜਾਵੇ ਤਾਂ ਸਭ ਤੋਂ ਹੇਠਲੇ ਉਮਰ ਵਰਗ 'ਚ ਇਹ ਫੀਸਦੀ 71.7 ਹੈ, ਜਦਕਿ ਸਭ ਤੋਂ ਉੱਪਰ ਦੇ ਉਮਰ ਵਰਗ 'ਚ ਇਹ ਮਹਿਜ 22.6 ਫੀਸਦੀ ਹੈ। ਡੰਡੀ ਇਸ ਸੂਰਤ 'ਚ ਸਵਾਲ ਕਰੋਨਾ ਦੀ ਤੀਜੀ ਲਹਿਰ 'ਚ ਸਿਰਫ ਸਰਕਾਰ ਤੋਂ ਸਿਹਤ ਢਾਂਚੇ 'ਤੇ ਖਰਚ ਵਧਾਉਣ ਦੀ ਮੰਗ ਦਾ ਹੀ ਨਹੀਂ, ਸਗੋਂ ਜੋ ਸੇਵਾਵਾਂ ਹਨ ਉਹਨਾਂ ਨੂੰ ਸਰਕਾਰੀ ਮੁਲਾਜ਼ਮਾਂ ਦੇ ਭ੍ਰਿਸ਼ਟਾਚਾਰ, ਗੈਰ ਸੰਜੀਦਗੀ ਤੇ ਲਾਪਰਵਾਹੀ ਦਾ ਸ਼ਿਕਾਰ ਨਾ ਬਣ ਦੇਣ ਦਾ ਵੀ ਹੈ। ਡੰਡੀ ਕਰੋਨਾ ਦੌਰ ਨੇ ਇਹ ਦਿਖਾ ਦਿੱਤਾ ਹੈ ਕਿ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ। ਡੰਡੀ ਫਿਰ ਵੀ ਜੇ ਸਰਕਾਰਾਂ ਸਿਹਤ ਖੇਤਰ ਨੂੰ ਤਰਜੀਹ ਨਹੀਂ ਦੇਣਗੀਆਂ ਤਾਂ ਕੀ ਬਣੇਗਾ? ਪ੍ਰਸ਼ਨ ਚਿੰਨ੍ਹ ਹਾਲੇ ਵੀ ਕੁਝ ਨਹੀਂ ਵਿਗੜਿਆ। ਡੰਡੀ ਸਿਹਤ ਦੇ ਮਸਲੇ 'ਤੇ ਕੇਂਦਰ ਤੇ ਸੂਬਾ ਸਰਕਾਰਾਂ ਸੰਜੀਦਾ ਹੋਣ। ਡੰਡੀ ਬਜਟ 'ਚ ਇਸ ਖੇਤਰ ਲਈ ਵੱਡੀ ਰਕਮ ਰੱਖਣਾ ਹੀ ਕਾਫੀ ਨਹੀਂ। ਡੰਡੀ 30 ਮਈ ਦੇ ਸੰਡੇ ਅੰਕ 'ਚ ਦੁੱਧ ਦੀ ਗੁਣਵੱਤਾ 'ਤੇ ਉੱਠਦੇ ਸਵਾਲ ਬਾਰੇ ਕਵਰ ਸਟੋਰੀ ਜਾਣਕਾਰੀ ਭਰਪੂਰ ਸੀ। ਡੰਡੀ ਕਦੇ ਸਮਾਂ ਸੀ ਜਦੋਂ ਦੁੱਧ 'ਚ ਮਿਲਾਵਟ ਕਰਨਾ ਤਾਂ ਦੂਰ, ਸਗੋਂ ਇਸ ਨੂੰ ਵੇਚਣਾ ਵੀ ਪਾਪ ਸਮਝਿਆ ਜਾਂਦਾ ਸੀ। ਪਰ ਸਮਾਂ ਬੀਤਣ ਦੇ ਨਾਲ ਨਾਲ ਲੋਕਾਂ ਦੀ ਸੋਚ ਵੀ ਬਹੁਤ ਤਬਦੀਲੀ ਆ ਗਈ ਹੈ। ਡੰਡੀ ਇਸ ਵਾਰ ਕਵਰ ਸਟੋਰੀ 'ਚ ਦਿੱਤੇ ਗਏ ਅੰਕੜੇ ਦਿਲੋਂ ਦਿਮਾਗ ਨੂੰ ਝੰਜੋੜ ਦੇਣ ਵਾਲੇ ਹਨ। ਡੰਡੀ ਅੱਜ ਕੋਈ ਵੀ ਚੀਜ਼ ਮਿਲਾਵਟ ਤੋਂ ਰਹਿਤ ਮਿਲਣੀ ਬਹੁਤ ਹੀ ਮੁਸ਼ਕਲ ਹੈ। ਡੰਡੀ ਘੱਟੋ ਘੱਟ ਅੰਮ੍ਰਿਤ ਦਾ ਦਰਜਾ ਹਾਸਲ ਕਰ ਚੁੱਕੇ ਦੁੱਧ ਨੂੰ ਤਾਂ ਬਖਸ਼ਿਆ ਜਾਣਾ ਚਾਹੀਦਾ ਹੈ। ਡੰਡੀ ਜੋ ਲੋਕ ਦੁੱਧ ਜਿਹੀ ਪਵਿੱਤਰ ਚੀਜ਼ 'ਚ ਮਿਲਾਵਟ ਕਰਦੇ ਹਨ ਉਹ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ। ਡੰਡੀ 29 ਮਈ ਦੇ ਨਿੱਕੀ ਦੁਨੀਆ ਅੰਕ 'ਚ ਪੰਜਾਬੀ ਬੋਲੀ ਬਾਰੇ ਡਾਕਟਰ ਅਰਮਨਪ੍ਰੀਤ ਦਾ ਲੇਖ ਬਹੁਤ ਵਧੀਆ ਲੱਗਿਆ। ਡੰਡੀ ਇਸ ਲੇਖ 'ਚ ਲੇਖਕ ਨੇ ਸਰਕਾਰੀ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਵਿਸਥਾਰ 'ਚ ਜ਼ਿਕਰ ਕੀਤਾ। ਡੰਡੀ ਅਜਿਹੇ ਉਪਰਾਲੇ ਕਰਨੇ ਸਮੇਂ ਦੀ ਜ਼ਰੂਰਤ ਵੀ ਹਨ। ਡੰਡੀ ਅਜਿਹੀਆਂ ਕੋਸ਼ਿਸ਼ਾਂ ਨਾਲ ਵੀ ਪੀੜ੍ਹੀ ਦਾ ਪੰਜਾਬੀ ਬੋਲੀ ਨਾਲ ਪਿਆਰ ਪੈਦਾ ਕਰਨ 'ਚ ਕਾਮਯਾਬੀ ਮਿਲੇਗੀ। ਡੰਡੀ ਅਜਿਹੇ ਉਪਰਾਲਿਆਂ ਲਈ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ। ਡੰਡੀ 29 ਮਈ ਦੇ ਫੁਲਕਾਰੀ ਅੰਕ 'ਚ ਮਨਿੰਦਰ ਸਿੰਘ ਦਾ ਲੇਖ ਕੁਦਰਤ ਦੇ ਨੇੜੇ ਹੋ
ਭੋਗੀਏ। ਲੰਬੀ ਉਮਰ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਸੀ ਡੰਡੀ। ਸੱਚਮੁੱਚ ਕਾਦਰ ਦੀ ਕੁਦਰਤ ਦੇ ਰੰਗ ਨਿਆਰੇ ਹਨ ਡੰਡੀ। ਕੁਦਰਤ ਦੀ ਹਰ ਸ਼ੈ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ, ਬਸ਼ਰਤੇ ਸਾਡੇ ਵਿੱਚ ਸਿੱਖਣ ਦੀ ਇੱਛਾ ਹੋਵੇ ਡੰਡੀ। ਕੁਦਰਤ ਹਰ ਸਮੇਂ ਅਨੁਸ਼ਾਸਨ ਦੀ ਪਾਲਣਾ ਕਰਦੀ ਨਜ਼ਰ ਆਉਂਦੀ ਹੈ ਡੰਡੀ। ਅੱਜ ਦਾ ਇਨਸਾਨ ਬਿਮਾਰੀਆਂ ਅਤੇ ਸਮੱਸਿਆਵਾਂ ਨਾਲ ਚਾਰੇ ਪਾਸਿਆਂ ਤੋਂ ਘਿਰਿਆ ਹੋਇਆ ਹੈ, ਜਿਸ ਦਾ ਇੱਕ ਕਾਰਨ ਉਸ ਦਾ ਕੁਦਰਤ ਤੋਂ ਦੂਰ ਹੋਣਾ ਵੀ ਹੈ ਡੰਡੀ। ਕਦੇ ਸਮਾਂ ਸੀ ਜਦੋਂ ਲੋਕ ਕੁਦਰਤ ਦੇ ਨੇੜੇ ਹੋ ਕੇ ਜ਼ਿੰਦਗੀ ਬਤੀਤ ਕਰਦੇ ਸਨ। ਉਦੋਂ ਲੋਕਾਂ ਦੀ ਸਿਹਤ ਵੀ ਠੀਕ ਰਹਿੰਦੀ ਸੀ ਅਤੇ ਉਹ ਲੰਬੀਆਂ ਉਮਰਾਂ ਭੋਗਦੇ ਸਨ। ਪਰ ਅੱਜ ਦਾ ਇਨਸਾਨ ਕੁਦਰਤ ਤੋਂ ਕੋਹਾਂ ਦੂਰ ਹੋ ਗਿਆ ਹੈ, ਜਿਸ ਕਾਰਨ ਉਹ ਛੋਟੀ ਉਮਰੇ ਹੀ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਿਹਾ ਹੈ ਡੰਡੀ। ਕੁਦਰਤ ਬਹੁ ਰੰਗੀ ਹੈ, ਜਿਸ ਕਾਰਨ ਇਹ ਦੁਨੀਆ ਸੁੰਦਰ ਨਜ਼ਰ ਆਉਂਦੀ ਹੈ ਡੰਡੀ। ਹਾਲੇ ਵੀ ਅਸੀਂ ਆਪਣੀ ਅਕਲ ਨੂੰ ਹੱਥ ਮਾਰੀਏ ਅਤੇ ਕੁਦਰਤ ਦੇ ਨੇੜੇ ਹੋ ਕੇ ਇਸ ਦੇ ਰੰਗਾਂ ਨੂੰ ਮਾਣੀਏ ਡੰਡੀ। ਸਟਾਰਟ। ਕਹਿਣ ਨੂੰ ਤਾਂ ਸੰਨ 1947 ਸਾਡੇ ਮੁਲਕ ਨੂੰ ਮਿਲੀ ਆਜ਼ਾਦੀ ਵਾਲਾ ਵਰ੍ਹਾ ਸੀ, ਪਰ ਉਸ ਸਮੇਂ ਸਾਡਾ ਦੇਸ਼ ਵੰਡ ਦੀ ਭਿਆਨਕ ਤਰਾਸਦੀ ਦੇ ਦੌਰ 'ਚੋਂ ਵੀ ਲੰਘ ਰਿਹਾ ਸੀ ਡੰਡੀ। ਤਬਾਦਲਾ ਇਹ ਆਜ਼ਾਦੀ ਜ਼ੋਰਾਂ 'ਤੇ ਸੀ ਡੰਡੀ। ਦੰਗੇ ਭੜਕੇ ਹੋਏ ਸਨ ਡੰਡੀ। ਧਰਤੀ ਆਦਮ ਦੇ ਲਹੂ ਨਾਲ ਸੁਰਖ ਹੋ ਰਹੀ ਸੀ ਡੰਡੀ। ਲਾਹੌਰ ਵਿੱਚ VVRI ਵਿਸ਼ੇਸ਼ਵਰ ਨੰਦ ਵੈਦਿਕ ਰਿਸਰਚ ਇੰਸਟੀਚਿਊਟ ਸੰਸਥਾ ਦੇ ਸੰਚਾਲਕ, ਸੰਸਕ੍ਰਿਤ ਦੇ ਉੱਘੇ ਵਿਦਵਾਨ ਆਚਾਰੀਆ ਵਿਸ਼ਵ ਬੰਧੂ ਵੀ ਲਾਹੌਰ ਛੱਡ ਕੇ ਭਾਰਤ ਪਰਤਣਾ ਚਾਹੁੰਦੇ ਸਨ, ਪਰ ਦਫ਼ਤਰ ਦੇ ਛੋਟੇ 2 ਕਮਰਿਆਂ 'ਚ 10,000 ਤੋਂ ਵੱਧ ਸੰਸਕ੍ਰਿਤ ਦੀਆਂ ਦੁਰਲੱਭ ਪੁਸਤਕਾਂ ਅਤੇ ਹੱਥ ਲਿਖਤ ਖਰੜਿਆਂ ਦਾ ਜ਼ਖੀਰਾ ਸਾਂਭਿਆ ਪਿਆ ਸੀ, ਜਿਨ੍ਹਾਂ 'ਚ ਭਾਰਤੀ ਪੁਰਾਤਨ ਸੰਸਕ੍ਰਿਤੀ ਨਾਲ ਸੰਬੰਧਿਤ ਵੇਦ, ਪੁਰਾਣ, ਉਪਨਿਸ਼ਦ, ਧਾਰਮਿਕ ਗ੍ਰੰਥ ਅਤੇ ਹੋਰ ਬਹੁਤ ਸਾਰੀਆਂ ਅੱਤ ਦੀਆਂ ਦੁਰਲੱਭ ਸੰਸਕ੍ਰਿਤ ਦੀਆਂ ਹੱਥ ਲਿਖਤ ਪੋਥੀਆਂ ਸਨ ਡੰਡੀ। ਉਹਨਾਂ 'ਚ ਰਿਗਵੇਦ ਦੇ ਹੀ 31 ਵਰਸ਼ਨ ਦੱਸੇ ਜਾਂਦੇ ਹਨ ਡੰਡੀ। ਵਿਸ਼ਵ ਬੰਧੂ ਜੀ ਇਹ ਸੋਚ ਕੇ ਬਹੁਤ ਉਦਾਸ ਅਤੇ ਪਰੇਸ਼ਾਨ ਸਨ ਕਿ ਲਾਹੌਰ ਤੋਂ ਵਿਸਥਾਪਨ ਅਤੇ ਦੇਸ਼ ਦੀ ਇਹ ਅਣਮੁੱਲੀ ਵਿਰਾਸਤ, ਇਹ ਪੁਸਤਕਾਂ ਲਾਹੌਰ ਵਿੱਚ ਰਹਿ ਜਾਣੀਆਂ ਸਨ ਅਤੇ ਦੰਗਈਆਂ ਨੇ ਇਹਨਾਂ ਨੂੰ ਨਿਸ਼ਚਿਤ ਤੌਰ 'ਤੇ ਨਸ਼ਟ ਕਰ ਦੇਣਾ ਹੈ ਡੰਡੀ। ਆਪਣੇ ਜਿਉਂਦੇ ਜੀ ਅਜਿਹਾ ਦਰਦਨਾਕ ਮੰਜ਼ਰ ਵੇਖਣਾ ਸੁਣਨਾ ਉਹਨਾਂ ਲਈ ਨਾ ਕਾਬਲੇ ਬਰਦਾਸ਼ਤ ਸੀ ਡੰਡੀ। ਇਸ ਤਰਾਸਦੀ ਦੇ ਸੰਬੰਧ ਵਿੱਚ ਡਾਕਟਰ ਹਰਮਹਿੰਦਰ ਸਿੰਘ ਬੇਦੀ, ਕੁਲਪਤੀ, ਕੇਂਦਰੀ ਵਿਸ਼ਵ ਵਿਦਿਆਲਾ ਹਿਮਾਚਲ ਪ੍ਰਦੇਸ਼ ਨੇ ਵੇਦਾਂ ਬਾਰੇ ਕਰਵਾਏ ਇੱਕ ਸੈਮੀਨਾਰ ਦੌਰਾਨ ਆਪਣੇ ਸੰਬੋਧਨ 'ਚ ਦੱਸਿਆ ਕਿ ਇੱਕ ਦਿਨ ਆਚਾਰੀਆ ਵਿਸ਼ਵ ਬੰਧੂ ਦੇ ਜਾਣਕਾਰ ਬੂਟਾਂ ਦੇ ਵਪਾਰੀ ਧਨੀ ਰਾਮ ਭੱਲਾ ਜੀ ਮੂਲ ਰੂਪ ਵਿੱਚ ਹੁਸ਼ਿਆਰਪੁਰ ਵਾਸੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਅਤੇ ਉਹਨਾਂ ਨੇ ਵਿਸ਼ਵ ਬੰਧੂ ਜੀ ਨੂੰ ਲਾਹੌਰ ਨਾ ਛੱਡਣ ਅਤੇ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਭਰੇ ਮਨ ਨਾਲ ਆਪਣੀ ਇਸ ਦੁਬਿਧਾ ਬਾਰੇ ਦੱਸਿਆ ਡੰਡੀ। ਇਹ ਸੁਣ ਕੇ ਭੱਲਾ
ਭੱਲਾ ਜੀ ਸੋਚੀ ਪੈ ਗਏ ਡੰਡੀ। ਉਹਨਾਂ ਨੇ ਘਰ ਆ ਕੇ ਆਪਣੀ ਪਤਨੀ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਡੰਡੀ। ਉਹਨਾਂ ਨੇ ਵੀ ਵਿਸ਼ਵ ਬੰਧੂ ਜੀ ਦੀ ਇਸ ਚਿੰਤਾ ਨੂੰ ਸਹੀ ਠਹਿਰਾਇਆ ਡੰਡੀ। ਭੱਲਾ ਜੀ ਨੇ ਵੀ ਆਪਣਾ ਬੂਟਾਂ ਦਾ ਕਾਰੋਬਾਰ ਭਾਰਤ ਵਿੱਚ ਆਪਣੇ ਜੱਦੀ ਸ਼ਹਿਰ ਹੁਸ਼ਿਆਰਪੁਰ ਵਿਖੇ ਸ਼ਿਫਟ ਕਰਨਾ ਸੀ ਡੰਡੀ। ਉਹਨਾਂ ਨੇ ਆਪਣਾ ਮਾਲ ਢੋਣ ਲਈ 3 ਟਰੱਕ ਮੰਗਵਾਏ ਹੋਏ ਸਨ ਡੰਡੀ। ਭੱਲਾ ਜੀ ਨੇ ਉਹਨਾਂ ਵਿੱਚੋਂ ਇੱਕ ਟਰੱਕ VVRI ਦਫ਼ਤਰ ਭੇਜ ਦਿੱਤਾ ਅਤੇ ਉਸ 'ਚ ਉਹਨਾਂ ਦੀਆਂ ਪੁਸਤਕਾਂ ਨੂੰ ਲੱਦਣ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਪੁਸਤਕਾਂ ਇੱਕ ਟਰੱਕ ਵਿੱਚ ਨਾ ਆ ਸਕੀਆਂ ਡੰਡੀ। ਫਿਰ ਉਹਨਾਂ ਨੇ ਦੂਸਰਾ ਟਰੱਕ ਵੀ ਪੁਸਤਕਾਂ ਨਾਲ ਭਰ ਕੇ ਵਿਸ਼ਵ ਬੰਧੂ ਜੀ ਨਾਲ ਹੁਸ਼ਿਆਰਪੁਰ ਲਈ ਰਵਾਨਾ ਕਰ ਦਿੱਤਾ ਡੰਡੀ। ਦੱਸਦੇ ਹਨ ਕਿ ਉਨੀ ਦਿਨੀ ਬਰਸਾਤ ਦਾ ਮੌਸਮ ਸੀ ਡੰਡੀ। ਪੁਸਤਕਾਂ ਨੂੰ ਵਰਖਾ ਤੋਂ ਖਰਾਬ ਹੋਣ ਤੋਂ ਬਚਾਉਣ ਲਈ ਭੱਲਾ ਜੀ ਨੇ ਵੱਡੀਆਂ ਵੱਡੀਆਂ ਤਰਪਾਲਾਂ ਦਾ ਇੰਤਜ਼ਾਮ ਕੀਤਾ ਡੰਡੀ। ਵਰਦੇ ਮੀਂਹ ਵਿੱਚ 10,000 ਤੋਂ ਵੱਧ ਪੁਸਤਕਾਂ ਤੇ ਹੱਥ ਲਿਖਤ ਖਰੜਿਆਂ ਨੂੰ 2 ਟਰੱਕਾਂ ਵਿੱਚ ਲੱਦ ਕੇ ਦੰਗਈਆਂ ਤੋਂ ਬਚਾ ਕੇ ਭੱਲਾ ਜੀ ਹੁਸ਼ਿਆਰਪੁਰ ਲੈ ਆਏ ਡੰਡੀ। ਇੱਥੇ ਬਜਵਾੜਾ ਨੇੜੇ ਧਨੀ ਰਾਮ ਭੱਲਾ ਜੀ ਵੱਲੋਂ ਆਪਣੇ ਪਿਤਾ ਜੀ ਲਈ ਬਣਾਈ ਗਈ ਇੱਕ ਬਗੀਚੀ ਸੀ, ਜਿਸ ਵਿੱਚ ਆਉਣ ਜਾਣ ਵਾਲਿਆਂ ਲਈ ਕਈ ਕਮਰੇ ਬਣੇ ਹੋਏ ਸਨ ਡੰਡੀ। ਇੱਥੇ ਅਕਸਰ ਸਾਧੂ ਮਹਾਤਮਾ ਆ ਕੇ ਠਹਿਰਦੇ ਸਨ ਡੰਡੀ। ਬਾਅਦ ਵਿੱਚ ਇਹ ਥਾਂ ਸਾਧੂ ਆਸ਼ਰਮ ਦੇ ਨਾਂ ਨਾਲ ਪ੍ਰਸਿੱਧ ਹੋਈ ਡੰਡੀ। ਮੇਲੇ ਕਿਸੇ ਵੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਹਨ ਡੰਡੀ। ਮਨੁੱਖ ਨੇ ਜਦੋਂ ਤੋਂ ਸਮਾਜਿਕ ਜੀਵਾਂ ਦੇ ਰੂਪ ਵਿੱਚ ਰਹਿਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਹ ਟੱਬਰਾਂ ਦੇ ਰੂਪ ਵਿੱਚ ਇਕੱਠਿਆਂ ਰਹਿ ਰਿਹਾ ਹੈ ਡੰਡੀ। ਇੰਜ ਇਕੱਠੇ ਰਹਿਣ ਨਾਲ ਸਮਾਜ ਹੋਂਦ ਵਿੱਚ ਆਇਆ ਅਤੇ ਸੱਭਿਆਚਾਰ ਦਾ ਵਿਕਾਸ ਹੋਇਆ ਡੰਡੀ। ਸੱਭਿਆਚਾਰ ਲੋਕਾਂ ਦੀ ਰਹਿਣੀ ਬਹਿਣੀ, ਉਹਨਾਂ ਦੇ ਮਨ ਦੇ ਭਾਵਾਂ ਦਾ ਪ੍ਰਗਟਾਵਾ ਅਤੇ ਦੁੱਖ ਸੁੱਖ ਦਾ ਪ੍ਰਤੀਕ ਹੈ ਡੰਡੀ। ਜਿਵੇਂ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ, ਉਸੇ ਤਰ੍ਹਾਂ ਮਨ ਪਰਚਾਵਾ ਵੀ ਮਾਨਵ ਦੀ ਮੁੱਢਲੀ ਲੋੜ ਹੈ ਡੰਡੀ। ਲੋਕ ਨਾਚ, ਲੋਕ ਗੀਤ ਅਤੇ ਲੋਕ ਖੇਡਾਂ ਮਨ ਪਰਚਾਵੇ ਦੇ ਸਾਧਨ ਹਨ ਡੰਡੀ। ਇਹਨਾਂ ਸਾਧਨਾਂ ਦੀ ਵਰਤੋਂ ਲਈ ਲੋਕਾਂ ਨੇ ਵਿਸ਼ੇਸ਼ ਮੌਕਿਆਂ ਦੀ ਸਥਾਪਤੀ ਕੀਤੀ ਹੈ। ਇਹਨਾਂ ਮੌਕਿਆਂ ਨੂੰ ਤਿਉਹਾਰ ਦਾ ਦਿਨ ਆਖਿਆ ਜਾਂਦਾ ਹੈ ਡੰਡੀ। ਵਿਸਾਖੀ, ਦੀਵਾਲੀ, ਲੋਹੜੀ, ਹੋਲੀ ਆਦਿ ਕੁਝ ਪ੍ਰਮੁੱਖ ਤਿਉਹਾਰ ਹਨ ਡੰਡੀ। ਇਹਨਾਂ ਤਿਉਹਾਰਾਂ ਨੂੰ ਘਰਾਂ ਵਿੱਚ ਤਾਂ ਮਨਾਇਆ ਹੀ ਜਾਂਦਾ ਹੈ, ਪਰ ਅਜਿਹੇ ਪ੍ਰਬੰਧ ਵੀ ਕੀਤੇ ਗਏ ਹਨ ਕਿ ਲੋਕੀ ਇਕੱਠੇ ਹੋ ਕੇ ਇਹਨਾਂ ਮੌਕਿਆਂ ਦਾ ਆਨੰਦ ਮਾਣ ਸਕਣ ਡੰਡੀ। ਮੇਲੇ ਅਜਿਹੇ ਮੌਕਿਆਂ ਨੂੰ ਹੀ ਆਖਿਆ ਜਾਂਦਾ ਹੈ ਡੰਡੀ। ਪਿਛਲੇ ਸਮਿਆਂ ਵਿੱਚ ਮੇਲਿਆਂ ਦੀ ਵਿਸ਼ੇਸ਼ ਮਹੱਤਤਾ ਸੀ ਡੰਡੀ। ਲੋਕੀ ਮੇਲੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ ਡੰਡੀ। ਕਈ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ ਡੰਡੀ। ਨਵੇਂ ਕੱਪੜੇ ਜਾਂ ਤਾਂ ਕਿਸੇ ਵਿਆਹ ਵਿੱਚ ਜਾਣ ਲਈ ਜਾਂ ਫਿਰ ਮੇਲੇ ਵਿੱਚ ਜਾਣ ਲਈ ਬਣਦੇ ਸਨ ਡੰਡੀ। ਔਰਤਾਂ, ਮਰਦ, ਬੱਚੇ, ਬੁੱਢੇ ਸਭ
ਪੂਰੀ ਤਿਆਰੀ ਨਾਲ ਮੇਲਾ ਵੇਖਣ ਜਾਂਦੇ ਸਨ। ਡੰਡੀ ਸਹੇਲੀਆਂ ਅਤੇ ਦੋਸਤਾਂ ਦੀਆਂ ਢਾਣੀਆਂ ਗਾਉਂਦੀਆਂ ਅਤੇ ਨੱਚਦੀਆਂ ਮੇਲਾ ਵੇਖਣ ਜਾਂਦੀਆਂ ਸਨ। ਡੰਡੀ ਮੇਲਾ ਸਭ ਤੋਂ ਚੰਗਾ ਮਨ ਪਰਚਾਵੇ ਦਾ ਸਾਧਨ ਮੰਨਿਆ ਜਾਂਦਾ ਸੀ। ਡੰਡੀ ਮੈਂ ਕਈ ਸਾਲਾਂ ਤੋਂ ਸੁਣ ਰਿਹਾ ਸਾਂ ਕਿ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਪ੍ਰਸਿੱਧ ਹੈ ਅਤੇ ਵੇਖਣ ਨਾਲ ਸੰਬੰਧ ਰੱਖਦੀ ਹੈ, ਕਿਉਂਕਿ ਅੱਖੀਂ ਵੇਖੀ ਅਤੇ ਸੁਣੀ ਚੀਜ਼ ਵਿੱਚ ਬਹੁਤ ਫਰਕ ਹੁੰਦਾ ਹੈ। ਡੰਡੀ ਮੈਂ ਆਪਣੇ 4-5 ਮਿੱਤਰਾਂ ਨਾਲ ਸਲਾਹ ਕੀਤੀ ਕਿ ਐਤਕੀ ਅੰਮ੍ਰਿਤਸਰ ਦੀ ਦੀਵਾਲੀ ਵੇਖੀ ਜਾਵੇ। ਡੰਡੀ ਉਹ ਮੇਰੇ ਨਾਲ ਇਸ ਪ੍ਰੋਗਰਾਮ ਲਈ ਸਹਿਮਤ ਹੋ ਗਏ। ਡੰਡੀ ਅਸੀਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਪਹੁੰਚ ਗਏ। ਡੰਡੀ ਅਸੀਂ ਵੇਖਿਆ ਕਿ ਭਾਰਤ ਦੇ ਕਈ ਹਿੱਸਿਆਂ ਵਿੱਚੋਂ ਲੋਕੀ ਇਸ ਨੂੰ ਵੇਖਣ ਲਈ ਆ ਰਹੇ ਹਨ। ਡੰਡੀ ਸ਼ਹਿਰ ਵਿੱਚ ਭੀੜ ਭੜੱਕਾ ਬਹੁਤ ਜ਼ਿਆਦਾ ਸੀ। ਡੰਡੀ ਕਈ ਵਾਰ ਲੰਘਣ ਦਾ ਰਾਹ ਨਹੀਂ ਸੀ ਮਿਲਦਾ। ਡੰਡੀ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਗਏ। ਡੰਡੀ ਪਹਿਲੀ ਝਲਕ ਨਾਲ ਮਨ ਇੰਨਾ ਪ੍ਰਸੰਨ ਹੋਇਆ ਜਿਸ ਦਾ ਬਿਆਨ ਨਹੀਂ ਹੋ ਸਕਦਾ। ਡੰਡੀ ਸਰੋਵਰ ਦੇ ਐਨ ਵਿਚਕਾਰ ਸੁਨਹਿਰੀ ਮੰਦਰ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ। ਡੰਡੀ ਸਰੋਵਰ ਦੇ ਚੌਹੀਂ ਪਾਸੇ ਸੰਗਮਰਮਰ ਦੀ ਚੌੜੀ ਪਰਿਕਰਮਾ ਹੈ, ਜਿੱਥੇ ਸਾਰਾ ਦਿਨ ਯਾਤਰੂਆਂ ਦੇ ਆਉਣ ਜਾਣ ਦੀ ਰੌਣਕ ਲੱਗੀ ਰਹਿੰਦੀ ਹੈ। ਡੰਡੀ ਦੀਵਾਲੀ ਦੀ ਰਾਤ ਨੂੰ ਦਰਬਾਰ ਸਾਹਿਬ ਪਰਿਕਰਮਾ ਅਤੇ ਉਸ ਦੇ ਚੌਹੀਂ ਪਾਸੇ ਬੁੰਗੀਆਂ ਅਤੇ ਹੋਰ ਇਮਾਰਤਾਂ 'ਤੇ ਦੀਪਮਾਲਾ ਕੀਤੀ ਗਈ। ਡੰਡੀ ਹਜ਼ਾਰਾਂ ਦੀ ਗਿਣਤੀ ਵਿੱਚ ਰੰਗ ਬਿਰੰਗੇ ਬਲਬ ਅਤੇ ਮੋਮਬੱਤੀਆਂ ਦੇ ਜਗਣ ਨਾਲ ਰੌਸ਼ਨੀ ਇੰਨੀ ਜ਼ਿਆਦਾ ਸੀ ਕਿ ਰਾਤ ਦੀ ਥਾਂ ਦਿਨ ਹੋਣ ਦਾ ਸ਼ੱਕ ਪੈਂਦਾ ਸੀ। ਡੰਡੀ ਲਾਲ, ਸਬਜ਼, ਪੀਲੇ, ਨੀਲੇ ਬਲਬਾਂ ਦਾ ਪਰਛਾਵਾਂ ਜਦੋਂ ਸਰੋਵਰ ਵਿੱਚ ਪੈਂਦਾ ਸੀ ਤਾਂ ਇੱਕ ਅਦੁੱਤੀ ਦ੍ਰਿਸ਼ ਨਜ਼ਰ ਆਉਂਦਾ ਸੀ। ਡੰਡੀ ਕੁਝ ਸਮੇਂ ਪਿੱਛੋਂ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ। ਡੰਡੀ ਅਸੀਂ ਤਕਰੀਬਨ ਸਾਰੀ ਰਾਤ ਇਸ ਦਾ ਆਨੰਦ ਮਾਣਿਆ। ਡੰਡੀ ਸਟਾਰਟ ਕਰੋਨਾ ਮਹਾਮਾਰੀ ਕਾਰਨ ਮੌਤਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਡੰਡੀ ਇਸ ਨੇ ਪੂਰੇ ਦੇਸ਼ ਨੂੰ ਚਪੇਟ ਵਿੱਚ ਲਿਆ ਹੋਇਆ ਹੈ, ਪਰ ਫਿਰ ਵੀ ਕਈ ਲੋਕ ਇਸ ਪ੍ਰਤੀ ਬਹੁਤ ਲਾਪਰਵਾਹ ਹਨ। ਡੰਡੀ ਉਹ ਮਾਸਕ ਨਹੀਂ ਪਾਉਂਦੇ ਅਤੇ ਕੋਈ ਵੀ ਸਾਵਧਾਨੀ ਨਹੀਂ ਵਰਤਦੇ। ਡੰਡੀ ਉਹਨਾਂ ਨੂੰ ਹੋਰ ਲੋਕਾਂ ਨੂੰ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਡੰਡੀ ਆਪਣਾ ਬਚਾਅ ਆਪਣੇ ਹੱਥ ਹੈ। ਡੰਡੀ ਜੇ ਇਸ ਤਰ੍ਹਾਂ ਲਾਪਰਵਾਹੀ ਕਰਾਂਗੇ ਤਾਂ ਆਪਣੀ ਜਾਨ ਤੋਂ ਹੱਥ ਧੋਣਾ ਪੈ ਸਕਦਾ ਹੈ। ਡੰਡੀ ਇਸ ਲਈ ਇਸ ਪ੍ਰਤੀ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਡੰਡੀ ਪੈਰਾ ਵਿਸ਼ਵ ਬੰਧੂ ਜੀ ਦੀ ਇੱਛਾ ਮੁਤਾਬਕ ਉਸ ਵਡਮੁੱਲੇ ਖਜ਼ਾਨੇ ਨੂੰ ਸਾਧੂ ਆਸ਼ਰਮ ਹੁਸ਼ਿਆਰਪੁਰ ਵਿਖੇ ਸੁਰੱਖਿਅਤ ਰੂਪ ਵਿੱਚ ਪੁਜਾ ਦਿੱਤਾ ਗਿਆ। ਡੰਡੀ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਦੇ ਬਾਵਜੂਦ ਬਹੁਤ ਸਾਰੀਆਂ ਕਿਤਾਬਾਂ ਅਤੇ ਹੱਥ ਲਿਖਤਾਂ ਦੇ ਕਈ ਬੋਰੇ ਲੁਕਵੇਂ ਢੰਗ ਨਾਲ ਭਾਰਤੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹੋਰ ਵਾਹਨਾਂ ਰਾਹੀਂ ਭੇਜੇ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਇਕੱਠੇ ਕਰਕੇ ਸਾਧੂ ਆਸ਼ਰਮ ਲਿਆਂਦਾ ਗਿਆ। ਡੰਡੀ ਪੁਸਤਕਾਂ ਦਾ ਬੇਸ਼ਕੀਮਤੀ ਜ਼ਖੀਰਾ ਹੁਸ਼ਿਆਰਪੁਰ ਛੱਡ
ਕਿ ਜਦੋਂ ਭੱਲਾ ਜੀ ਵਾਪਸ ਲਾਹੌਰ ਪਰਤੇ ਤਾਂ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਗਏ ਸਨ। ਡੰਡੀ ਮਗਰੋਂ ਦੰਗਈਆਂ ਨੇ ਉਹਨਾਂ ਦੇ ਬੂਟਾਂ ਦੇ ਸ਼ੋਅਰੂਮਾਂ ਨੂੰ ਸਾੜ ਦਿੱਤਾ ਸੀ। ਡੰਡੀ ਭੱਲਾ ਜੀ ਨੂੰ ਉਹਨਾਂ ਦੀ ਪਤਨੀ ਨੇ ਦੁਖੀ ਹੁੰਦਿਆਂ ਇਸ ਬਰਬਾਦੀ ਬਾਰੇ ਦੱਸਿਆ। ਡੰਡੀ ਉਹ ਕਹਿਣ ਲੱਗੀ ਕਿ ਤੁਹਾਡੇ ਜਾਣ ਮਗਰੋਂ ਦੰਗਈਆਂ ਨੇ ਸਭ ਕੁਝ ਸੁਆਹ ਕਰ ਦਿੱਤਾ। ਤਾਂ ਭੱਲਾ ਜੀ ਬਹੁਤ ਹੀ ਠਰ੍ਹੰਮੇ ਤੇ ਫਖਰ ਨਾਲ ਜਵਾਬ ਦਿੱਤਾ, ਕੋਈ ਗੱਲ ਨਹੀਂ, ਬੂਟ ਹੀ ਤਾਂ ਸੜੇ ਹਨ, ਪਰ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਤਾਂ ਬਚ ਗਿਆ ਹੈ। ਡੰਡੀ ਜ਼ਿੰਦਗੀ ਰਹੀ, ਬੂਟ ਤਾਂ ਫਿਰ ਵੀ ਬਣ ਜਾਣਗੇ। ਡੰਡੀ ਸੋਚੋ ਕਿ ਜੇ ਪੁਸਤਕਾਂ ਦਾ ਇਹ ਜ਼ਖੀਰਾ ਇੰਜ ਹੀ ਨਸ਼ਟ ਹੋ ਜਾਂਦਾ ਤਾਂ ਇਹ ਖਜ਼ਾਨਾ ਮੁੜ ਕਿੱਥੋਂ ਲੱਭਣਾ ਸੀ? ਪ੍ਰਸ਼ਨ ਚਿੰਨ੍ਹ ਪੈਰਾ। ਇੰਨਾ ਹੀ ਨਹੀਂ, ਭੱਲਾ ਜੀ ਨੇ ਇਸ ਬਗੀਚੀ ਦੀ ਥਾਂ VVRI ਸੰਸਥਾ ਦੇ ਨਾਂ ਕਰ ਦਿੱਤੀ, ਜਿੱਥੇ ਆਜ਼ਾਦੀ ਮਗਰੋਂ VVRI ਸੰਸਥਾ ਅਤੇ ਪੰਜਾਬ ਯੂਨੀਵਰਸਿਟੀ ਦਾ ਸੰਸਕ੍ਰਿਤ ਕਾਲਜ ਤੇ ਵਿਸ਼ਾਲ ਲਾਇਬ੍ਰੇਰੀ ਸੰਚਾਲਿਤ ਹੋ ਰਹੇ ਹਨ। ਡੰਡੀ ਬੇਸ਼ੱਕ ਆਚਾਰੀਆ ਵਿਸ਼ਵ ਬੰਧੂ ਲਾਹੌਰ ਤੋਂ VVRI ਸੰਸਥਾ ਦੀ ਆਪਣੀ ਬਹੁਤ ਵੱਡੀ ਪ੍ਰੈਸ ਤਾਂ ਸਾਧੂ ਆਸ਼ਰਮ ਨਹੀਂ ਪਹੁੰਚਾ ਸਕੇ, ਪਰ ਉਹਨਾਂ ਨੂੰ ਇਹ ਖੁਸ਼ੀ ਸੀ ਕਿ ਉਹਨਾਂ ਨੇ ਆਪਣੇ ਮੁਲਕ ਦਾ ਬਹੁਤ ਵੱਡਾ ਤੇ ਬੇਸ਼ਕੀਮਤੀ ਸਰਮਾਇਆ ਬਚਾ ਲਿਆ ਸੀ, ਜੋ ਧਨੀ ਰਾਮ ਭੱਲਾ ਜੀ ਦੇ ਸਹਿਯੋਗ ਨਾਲ ਸਾਂਭਿਆ ਗਿਆ ਸੀ। ਡੰਡੀ ਧਨੀ ਰਾਮ ਭੱਲਾ ਦੀ ਇਸ ਕੁਰਬਾਨੀ ਤੇ ਸੱਚੀ ਦੇਸ਼ ਭਗਤੀ ਅੱਗੇ ਸਾਡਾ ਸਿਰ ਨਤਮਸਤਕ ਹੋ ਜਾਂਦਾ ਹੈ। ਡੰਡੀ ਸਾਧੂ ਆਸ਼ਰਮ ਹੁਸ਼ਿਆਰਪੁਰ ਵਿਖੇ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਆਧੁਨਿਕ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿੱਚ ਲਾਹੌਰ ਤੋਂ ਸੁਰੱਖਿਅਤ ਲਿਆਂਦਾ 10,000 ਤੋਂ ਵੱਧ ਪੁਸਤਕਾਂ ਦਾ ਖਜ਼ਾਨਾ ਸਾਂਭਿਆ ਪਿਆ ਹੈ। ਡੰਡੀ ਇਹਨਾਂ ਦੁਰਲੱਭ ਗ੍ਰੰਥਾਂ ਦੇ ਆਧਾਰ ਤੇ ਦੇਸ਼ ਵਿਦੇਸ਼ ਦੇ ਸੈਂਕੜੇ ਵਿਦਿਆਰਥੀ ਅਤੇ ਖੋਜਾਰਥੀ ਆਪਣਾ ਸੋਧ ਕਾਰਜ ਪੂਰਾ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਡੰਡੀ ਪਾਰਾ ਦੁਨੀਆ ਭਰ ਦੇ ਸੰਸਕ੍ਰਿਤ ਦੇ ਵਿਦਵਾਨ ਅਤੇ ਪੁਰਾਤਨ ਸੰਸਕ੍ਰਿਤ ਦੇ ਗ੍ਰੰਥਾਂ ਦੇ ਅਧਿਐਨ ਵਿੱਚ ਰੁਚੀ ਰੱਖਣ ਵਾਲੇ ਸਾਹਿਤ ਪ੍ਰੇਮੀ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਡੰਡੀ ਪੁਸਤਕ ਪ੍ਰੇਮੀਆਂ ਲਈ ਸਾਧੂ ਆਸ਼ਰਮ ਵਿਖੇ ਸਥਿਤ ਇਹ ਸਥਾਨ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ। ਡੰਡੀ ਇਸ ਕਰਕੇ ਹੀ ਵਿਸ਼ਵ ਭਰ ਵਿੱਚ ਹੁਸ਼ਿਆਰਪੁਰ ਪੰਜਾਬ ਦੀ ਮਿੰਨੀ ਕਾਸ਼ੀ ਕਰਕੇ ਵੀ ਜਾਣਿਆ ਜਾਂਦਾ ਹੈ। ਡੰਡੀ ਇੰਨਾ ਹੀ ਨਹੀਂ, ਇਸ ਵਿਸ਼ਾਲ ਭਵਨ ਦੀ ਬੇਸਮੈਂਟ ਵਿੱਚ ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਵੱਲੋਂ ਢੋਲਾ ਬਾਹਾ ਡੈਮ ਦੀ ਉਸਾਰੀ ਸਮੇਂ ਜ਼ਮੀਨ ਹੇਠੋਂ ਪ੍ਰਾਪਤ ਹੋਏ ਪ੍ਰਾਚੀਨ ਸਭਿਅਤਾ ਦੇ ਅਵਸ਼ੇਸ਼ਾਂ ਨੂੰ ਵੀ ਸਾਂਭਿਆ ਗਿਆ ਹੈ। ਡੰਡੀ ਇਸ ਅਜਾਇਬ ਘਰ 'ਚ ਕਈ ਪ੍ਰਾਚੀਨ ਦੁਰਲੱਭ ਅਤੇ ਪੁਰਾਤੱਤਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਪਯੋਗੀ ਮੂਰਤੀਆਂ ਆਦਿ ਦਾ ਸੰਗ੍ਰਹਿ ਕੀਤਾ ਗਿਆ ਹੈ। ਡੰਡੀ ਇਸ ਲਾਇਬ੍ਰੇਰੀ ਨੂੰ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਡੰਡੀ ਪੰਜਾਬ ਦੇ ਮੁੱਖ ਮੰਤਰੀ ਨੇ
ਅਗਲੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਪਣਾ ਕਨਵੋਕੇਸ਼ਨ ਭਾਸ਼ਣ ਪੜ੍ਹਦੇ ਹੋਏ ਐਲਾਨ ਕੀਤਾ ਕਿ ਯੂਨੀਵਰਸਿਟੀ ਨੂੰ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਡੰਡੀ, ਪਰ ਉਸ ਨੂੰ ਵੱਖੋ ਵੱਖ ਖੇਤਰਾਂ ਵਿੱਚ ਆਪਣੀ ਖੋਜ ਦੇ ਕੰਮ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਡੰਡੀ। ਉਹਨਾਂ ਨੇ ਆਖਿਆ ਕਿ ਪਿਛਲੇ ਕੁਝ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਨਵੀਂ ਖੋਜ ਦਾ ਕੰਮ ਕੁਝ ਢਿੱਲਾ ਪੈ ਗਿਆ ਜਾਪਦਾ ਹੈ ਡੰਡੀ। ਮੁੱਖ ਮੰਤਰੀ ਨੇ ਯੂਨੀਵਰਸਿਟੀ ਨੂੰ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਉਸਨੇ ਪੰਜਾਬ ਦੇ ਕਿਸਾਨਾਂ ਨਾਲ ਚੋਖਾ ਸੰਪਰਕ ਕਾਇਮ ਕੀਤਾ ਹੈ ਅਤੇ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਜੋ ਗੈਰ ਰਸਮੀ ਸਿੱਖਿਆ ਦਿੱਤੀ ਜਾਂਦੀ ਹੈ ਉਸ ਤੋਂ 35,000 ਕਿਸਾਨ ਹਰ ਸਾਲ ਲਾਭ ਪ੍ਰਾਪਤ ਕਰਦੇ ਹਨ ਡੰਡੀ। ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਦੇ ਪੱਧਰ ਤੋਂ ਉੱਪਰਲੀ ਸਿੱਖਿਆ ਲਈ 970 ਵਿਦਿਆਰਥੀਆਂ ਦਾ ਦਾਖਲ ਹੋਣਾ ਇਹ ਦੱਸਦਾ ਹੈ ਕਿ ਇਹ ਯੂਨੀਵਰਸਿਟੀ ਖੇਤੀਬਾੜੀ ਦੀ ਉੱਚ ਵਿੱਦਿਆ ਦੇਣ ਲਈ ਸਾਰੇ ਦੇਸ਼ ਵਿੱਚੋਂ ਅੱਗੇ ਹੈ ਡੰਡੀ ਪੈਰਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ, ਮੱਕੀ, ਗੰਨਾ ਅਤੇ ਹੋਰ ਕਈ ਫਸਲਾਂ ਦੇ ਵਧੀਆ ਬੀਜ ਤਿਆਰ ਕਰਕੇ ਪੰਜਾਬ ਦੀ ਆਰਥਿਕ ਉੱਨਤੀ ਵਿੱਚ ਬੜਾ ਭਾਰੀ ਹਿੱਸਾ ਪਾਇਆ ਹੈ, ਜਿਸ ਨਾਲ ਸਮੁੱਚੇ ਦੇਸ਼ ਨੂੰ ਵੀ ਬਹੁਤ ਲਾਭ ਪੁੱਜਾ ਹੈ ਡੰਡੀ। ਪਰ ਖੇਤੀਬਾੜੀ ਦੇ ਮਾਹਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਮੈਕਸੀਕਨ ਕਣਕ ਦੇ ਜੋ ਵੱਖੋ ਵੱਖਰੇ ਬੀਜ ਪੰਜਾਬ ਦੀ ਧਰਤੀ ਲਈ ਤਿਆਰ ਕੀਤੇ ਜਾਂਦੇ ਹਨ ਉਹ 3-4 ਸਾਲਾਂ ਦੀ ਕਾਸ਼ਤ ਪਿੱਛੋਂ ਪੰਜਾਬ ਦੀ ਭੌਂ ਨਾਲ ਰਲ ਜਾਂਦੇ ਹਨ ਅਤੇ ਉਹਨਾਂ ਦਾ ਝਾੜ ਘੱਟ ਜਾਂਦਾ ਹੈ ਡੰਡੀ। ਇਸ ਲਈ ਖੇਤੀਬਾੜੀ ਵਿਗਿਆਨੀਆਂ ਨੂੰ ਆਪਣਾ ਇਹ ਯਤਨ ਲਗਾਤਾਰ ਜਾਰੀ ਰੱਖਣਾ ਪਵੇਗਾ ਕਿ ਕਣਕ ਦੇ ਬੀਜ ਹਰ 3-4 ਸਾਲਾਂ ਪਿੱਛੋਂ ਬਦਲ ਦਿੱਤੇ ਜਾਣ ਡੰਡੀ। ਵਰਤਮਾਨ ਹਾੜੀ ਦੀ ਫਸਲ ਵਿੱਚ ਕਣਕ ਦੇ ਝਾੜ ਵਿੱਚ ਕਮੀ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਡੰਡੀ। ਪੰਜਾਬ ਸਰਕਾਰ ਨੇ ਇਸ ਫਸਲ 'ਤੇ ਜੋ 47 ਲੱਖ ਟਨ ਕਣਕ ਆਪਣੇ ਭੰਡਾਰ ਲਈ ਖਰੀਦਣ ਦਾ ਟੀਚਾ ਨਿਸ਼ਚਿਤ ਕੀਤਾ ਸੀ ਉਹ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ਅਤੇ ਇੱਕ ਅਨੁਮਾਨ ਅਨੁਸਾਰ 40 ਜਾਂ 42 ਲੱਖ ਟਨ ਕਣਕ ਹੀ ਪ੍ਰਾਪਤ ਹੋ ਸਕੇਗੀ ਡੰਡੀ। ਇਸ ਦਾ ਇੱਕ ਕਾਰਨ ਇਸ ਸਾਲ ਲਗਾਤਾਰ ਬਾਰਿਸ਼ਾਂ ਪੈਣਾ ਵੀ ਹੈ, ਪਰ ਆਮ ਤੌਰ 'ਤੇ ਇਸ ਤੋਂ ਬਿਨਾਂ ਵੀ ਕਣਕ ਦਾ ਝਾੜ ਘੱਟ ਰਿਹਾ ਹੈ ਡੰਡੀ ਪੈਰਾ। ਇਸ ਸਮਾਗਮ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 191 ਵਿਦਵਾਨਾਂ ਨੂੰ ਖੇਤੀਬਾੜੀ ਵਿੱਚ ਉੱਚ ਪੱਧਰੀ ਖੋਜ ਕਰਨ ਲਈ ਡਿਗਰੀਆਂ ਦਿੱਤੀਆਂ ਗਈਆਂ ਹਨ ਡੰਡੀ। ਇਹ ਇੱਕ ਬੜੀ ਭਾਰੀ ਪ੍ਰਾਪਤੀ ਹੈ, ਪਰ ਅਸਲ ਪ੍ਰਾਪਤੀ ਦਾ ਅਨੁਮਾਨ ਤਾਂ ਇਸ ਗੱਲ ਤੋਂ ਹੀ ਲਗਾਇਆ ਜਾਏਗਾ ਕਿ ਖੇਤੀ ਵਿਗਿਆਨ ਦੇ ਇਹਨਾਂ ਮਾਹਿਰਾਂ ਵੱਲੋਂ ਜ਼ਰਾਇਤੀ ਉਪਜ ਵਿੱਚ ਵਾਧਾ ਕਰਨ ਲਈ ਕਿੰਨਾ ਹਿੱਸਾ ਪਾਇਆ ਜਾਂਦਾ ਹੈ ਡੰਡੀ।